ਪ੍ਰੋਫੈਸਰ ਭੁੱਲਰ ਦੀ ਰਿਹਾਈ ਵਾਲੇ ਮਸਲੇ ਤੇ ਸੀਐਮ ਕੇਜਰੀਵਾਲ ਕਿਸ ਨੂੰ ਕਹਿ ਰਹੇ ਨੇ ਕਿ ਗੰਦੀ ਰਾਜਨੀਤੀ ਨਾ ਕਰੋ। ਜੋ ਬਿਆਨ ਭਗਵੰਤ ਮਾਨ ਹੋਰਾਂ ਨੇ ਟੀਵੀ 84 ਦੇ ਨਾਲ ਗੱਲਬਾਤ ਕਰਦਿਆਂ ਦਿੱਤਾ ਸੀ, ਕੀ ਕੇਜਰੀਵਾਲ ਉਸ ਨੂੰ ਝੂਠਾ ਸਾਬਤ ਕਰ ਰਹੇ ਨੇ? ਅੱਜ ਦੀ ਸਭਾ ਦੇ ਵਿੱਚ ਆਪਾਂ ਇਹੋ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਗੁਰਤੇਜ ਸਿੰਘ, ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਦਰਸ਼ਕੋ, ਪਿਛਲੇ ਕਾਫੀ ਦਿਨਾਂ ਤੋਂ ਬਣਦੇ ਦਬਾਅ ਦੇ ਕਾਰਨ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪਣੀ ਚੁੱਪੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਸਲੇ ਦੇ ਉੱਤੇ ਤੋੜ ਦਿੱਤੀ ਹੈ। ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਬਾਤ ਕਰਦਿਆਂ ਇਸ ਦੇ ਉੱਤੇ ਇੱਕ ਸੰਖੇਪ ਪਰ ਬਹੁਤ ਅਹਿਮ ਟਿੱਪਣੀ ਕੀਤੀ ਹੈ। ਆਓ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਕਾਨਫਰੰਸ ਦੀ ਉਹ ਨਿੱਕੀ ਜਿਹੀ ਇੱਕ ਕਲਿੱਪ ਸੁਣਦੇ ਹਾਂ। ਉਸ ਤੋਂ ਬਾਅਦ ਇਸ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੇ ਮਾਇਨੇ ਕੀ ਬਣਦੇ ਨੇ। बंदी सिंहों की रिहाई है, उसको लेकर लगातार प्रदर्शन हो रहे हैं। कल फिल्मों के भी आज बाहर हुआ है, उसको लेकर भुल्लर साहब की देखिए जी, ऐसा है, ये बड़ा सेंसिटिव मामला है। इसके ऊपर अकाली दल वाले गंदी राजनीति कर रहे हैं। ऐसे मामलों पे गंदी राजनीति नहीं होनी चाहिए, इसकी हम कड़ी निंदा करते हैं। दिल्ली के अंदर, दिल्ली सरकार, दिल्ली फुल स्टेट नहीं है, दिल्ली हाफ स्टेट है। दिल्ली के अंदर लॉ एंड ऑर्डर और पुलिस दिल्ली सरकार के तहत नहीं आती, केंद्र सरकार के तहत आती है, एलजी साहब के तहत आती है। इसकी प्रक्रिया मैं बता देता हूं। ये पूरा मामला मेरे को पहले पता नहीं था, मुख्यमंत्री तक कई बातें नहीं पहुंचती, लेकिन जब मैं 2-3 बार आया और ये लोगों ने बात की तो मेरे को पता चला, मैंने सारा पता किया है। ये मामला एक कमेटी है, सेंटेंस रिव्यू बोर्ड, एसआरबी के अंदर जज भी होते हैं, पुलिस ऑफिसर्स होते हैं, सेक्रेटरीज होते हैं, वो कई लोगों की कमेटी होती है। तो जितने भी मामले सजा कम करने के, किसी की रिहाई के या सजा माफ करने के होते हैं, वो सारे मामले इस कमेटी के सामने आते हैं। ये कमेटी अपनी डेलिब्रेशंस करके वो निर्णय देती है। इसमें जैसे मैंने बताया जज भी होते हैं, इसमें मेरी कुछ नहीं चलती। एक मिनट सुन लीजिए, मेरी बात सुन लीजिए। उस कमेटी को फैसला लेने के बाद ये फाइल सीधे एलजी साहब के पास जाएगी। एलजी साहब ने इस पे फाइनल निर्णय लेना होता है। एक मिनट यार, एक मिनट बोलने में। तो अब ये इश्यू ये है, मेरा जो अब मेरे हाथ में जो है, मैंने जब मेरे को पता चला, मैंने होम सेक्रेटरी को फोन करके बोला है कि भाई इस कमेटी की तुरंत मीटिंग कराओ, जल्दी से जल्दी जो हो सकता है मीटिंग कराओ। तो आजकल कोरोना भी बहुत फैला हुआ, बताया एक आध मेंबर को कोरोना है, लेकिन मैंने कहा जो भी है जितनी जल्दी से जल्दी मीटिंग करा के और जो भी निर्णय होता है इस कमेटी का, वो निर्णय तुरंत एलजी साहब के पास पुटअप करो। तो जो भी निर्णय होगा मैं आप लोगों को बता दूंगा। ਆਓ ਹੁਣ ਆਪਾਂ ਇਸ ਦੀ ਬਿਆਨ ਦੀ ਥੋੜੀ ਪੜਚੋਲ ਕਰਦੇ ਹਾਂ। ਪਹਿਲਾ ਨੁਕਤਾ, ਕੇਜਰੀਵਾਲ ਕਹਿੰਦੇ ਨੇ ਕਿ ਇਹ ਬਹੁਤ ਸੰਵੇਦਨਸ਼ੀਲ ਮਸਲਾ ਹੈ ਤੇ ਇਹਦੇ ਉੱਤੇ ਗੰਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਉਹ ਕਰਦੇ ਆ ਕਿ ਦਿੱਲੀ ਪੂਰਨ ਰਾਜ ਨਹੀਂ ਹੈ, ਇਸ ਲਈ ਪੁਲਿਸ ਤੇ ਕਾਨੂੰਨ ਦੀ ਜਿਹੜੀ ਵਿਵਸਥਾ ਹੈਗੀ ਉਹ ਉਪ ਰਾਜਪਾਲ ਰਾਹੀਂ, ਜਿਹਨੂੰ ਐਲਜੀ ਕਿਹਾ ਜਾਂਦਾ ਹੈ, ਉਸ ਦੇ ਰਾਹੀਂ ਯੂਨੀਅਨ ਸਰਕਾਰ ਕੋਲ ਹੈ, ਭਾਵ ਕਿ ਕੇਂਦਰ ਸਰਕਾਰ ਕੋਲ ਹੈ। ਤੀਜੀ ਗੱਲਬਾਤ ਉਹਨਾਂ ਨੇ ਸੈਂਟੈਂਸ ਰਿਵਿਊ ਬੋਰਡ ਦੇ ਬਾਰੇ ਕੀਤੀ ਹੈ। ਇਹ ਗੱਲ ਉਹਨਾਂ ਨੇ ਗੋਲ-ਮੋਲ ਕੀਤੀ ਹੈ। ਇੱਥੇ ਉਹਨੇ ਕਿਹਾ ਕਿ ਇਹਦੇ ਵਿੱਚ ਜੱਜ ਵੀ ਮੈਂਬਰ ਹੁੰਦੇ ਨੇ ਤੇ ਮੁੱਖ ਮੰਤਰੀ ਇਹਦੇ ਬਾਬਤ ਫੈਸਲਾ ਨਹੀਂ ਲੈਂਦਾ। ਤੇ ਕੇਜਰੀਵਾਲ ਕਹਿੰਦੇ ਕਿ ਮੈਨੂੰ ਪ੍ਰੋਫੈਸਰ ਭੁੱਲਰ ਦੇ ਕੇਸ ਦੀ ਤਾਜ਼ਾ ਸਥਿਤੀ ਬਾਰੇ ਪਤਾ ਨਹੀਂ ਸੀ, ਇਸ ਕਰਕੇ ਮੈਂ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਪਤਾ ਕਰਕੇ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਬੁਲਵਾਈ ਜਾਵੇ। ਕੇਜਰੀਵਾਲ ਹੋਰਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਭੁਲੇਖਾ ਪਾਊ ਗੱਲ ਕੀਤੀ ਹੈ, ਆਓ ਆਪਾਂ ਉਹਨੂੰ ਥੋੜਾ ਜਿਹਾ ਸਮਝਦੇ ਹਾਂ। ਸੀਐਮ ਕੇਜਰੀਵਾਲ ਕਹਿੰਦਾ ਹੈ ਕਿ ਦਿੱਲੀ ਪੂਰਨ ਰਾਜ ਨਹੀਂ ਆ। ਇਹ ਗੱਲ ਦੇ ਨਾਲ ਆਪਾਂ 100 ਪੈਸੇ ਸਹਿਮਤ ਹਾਂ ਕਿ ਦਿੱਲੀ ਪੂਰਨ ਰਾਜ ਨਹੀਂ ਆ। ਅਸੀਂ ਕਦੇ ਵੀ ਨਹੀਂ ਕਿਹਾ ਕਿ ਦਿੱਲੀ ਇੱਕ ਕੰਪਲੀਟ ਸਟੇਟ ਆ, ਪਰ ਇਹਦਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਨਾਲ ਕੋਈ ਲੈਣਾ ਦੇਣਾ ਹੈਗਾ ਜਾਂ ਨਹੀਂ, ਇਹ ਆਪਾਂ ਵਿਚਾਰਦੇ ਹਾਂ। ਕਿਉਂਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਜਿਹੜਾ ਮਸਲਾ ਹੈਗਾ, ਲਾਅ ਐਂਡ ਆਰਡਰ ਦਾ ਮਸਲਾ ਨਹੀਂ ਆ, ਜਿਹੜਾ ਦਿੱਲੀ ਦੇ ਸਰਕਾਰ ਦੇ ਅਧੀਨ ਨਹੀਂ ਆਉਂਦਾ। ਇਹ ਸਿੱਧਾ ਮਸਲਾ ਜੇਲ੍ਹ ਪ੍ਰਸ਼ਾਸਨ ਦਾ ਮਸਲਾ ਹੈ ਤੇ ਇਹ ਜੇਲ੍ਹ ਪ੍ਰਸ਼ਾਸਨ ਦਿੱਲੀ ਸਰਕਾਰ ਦੇ ਅਧੀਨ ਹੈ, ਭਾਵ ਕਿ ਐਸਆਰਬੀ ਸੈਂਟੈਂਸ ਰਿਵਿਊ ਬੋਰਡ ਦਿੱਲੀ ਸਰਕਾਰ ਦੇ ਅਧੀਨ ਹੈ ਤੇ ਦਿੱਲੀ ਦਾ ਹੋਮ ਮਿਨਿਸਟਰ ਸਤਿੰਦਰ ਜੈਨ ਜੇਲ੍ਹ ਮਾਮਲਿਆਂ ਦਾ ਇੰਚਾਰਜ ਹੈ।
ਬੀਬੀ ਸ਼ੀਲਾ ਦੀਕਸ਼ਤ ਜਦੋਂ ਮੁੱਖ ਮੰਤਰੀ ਹੁੰਦੀ ਸੀ, ਉਸ ਵੇਲੇ ਹੋਮ ਡਿਪਾਰਟਮੈਂਟ ਉਹਦੇ ਕੋਲ ਆਪਣੇ ਕੋਲ ਸੀ। ਇਸ ਲਈ ਉਹ ਇਹਦੇ ਇੰਚਾਰਜ ਸੀ। ਪਰ ਇੱਥੇ ਅਰਵਿੰਦ ਕੇਜਰੀਵਾਲ ਦਾ ਮੰਤਰੀ ਇਹਦਾ ਇੰਚਾਰਜ ਹੈ। ਇਸ ਲਈ ਇੱਥੇ ਗੱਲ ਸਾਫ਼ ਹੋ ਜਾਂਦੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਿਰਫ ਤੇ ਸਿਰਫ ਕੇਜਰੀਵਾਲ ਸਰਕਾਰ ਦੇ ਹੱਥ ਦੇ ਵਿੱਚ ਹੈ। ਅਗਲੀ ਗੱਲ ਦੇ ਵਿੱਚ ਕੇਜਰੀਵਾਲ ਕਹਿੰਦਾ ਹੈ ਕਿ ਸੈਂਟੈਂਸ ਰਿਵਿਊ ਬੋਰਡ ਨੇ ਫਾਈਲ ਕਲੀਅਰ ਕਰਕੇ ਭੇਜਣੀ ਹੈ। ਇਹੋ ਗੱਲ ਤਾਂ ਸਿੱਖ ਸੰਗਤਾਂ ਕਿੰਨੇ ਸਮਿਆਂ ਤੋਂ ਕਹਿ ਰਹੀਆਂ ਨੇ ਕਿ ਸੈਂਟੈਂਸ ਰਿਵਿਊ ਬੋਰਡ ਐਜ਼ ਸੂਨ ਐਜ਼ ਪੋਸੀਬਲ ਫਾਈਲ ਕਲੀਅਰ ਕਰਕੇ ਅੱਗੇ ਭੇਜੇ। ਖਾਸ ਕਰ ਪ੍ਰੋਫੈਸਰ ਭੁੱਲਰ ਹੋਰਾਂ ਦੇ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਡੇ 1 ਤੋਂ ਭਾਵ ਕਿ 9 ਦਸੰਬਰ ਤੋਂ ਹੀ ਕਹਿ ਰਹੇ ਨੇ, ਜਦੋਂ ਤੋਂ ਮਨਿੰਦਰ ਬਿੱਟੇ ਵਾਲੀ ਜਿਹੜੀ ਪਟੀਸ਼ਨ ਆ ਉਹ ਖਾਰਜ ਹੋਈ ਆ, ਪਰ ਆਮ ਆਦਮੀ ਪਾਰਟੀ ਦੇ ਸਮਰਥਕ ਵਾਰ-ਵਾਰ ਕਹਿ ਰਹੇ ਨੇ ਕਿ ਸਾਡੀ ਸਰਕਾਰ ਕੋਲ ਤਾਂ ਹੱਕ ਹੀ ਨਹੀਂ ਕਿ ਅਸੀਂ ਪ੍ਰੋਫੈਸਰ ਭੁੱਲਰ ਦੀ ਫਾਈਲ ਕਲੀਅਰ ਕਰੀਏ। ਆਮ ਆਦਮੀ ਪਾਰਟੀ ਦੇ ਸਾਰੇ ਸਮਰਥਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਾਈ, ਤੇ ਹੁਣ ਤਾਂ ਭਾਈ ਤੁਹਾਡਾ ਸੁਪਰੀਮੋ ਹੀ ਕਹਿ ਰਿਹਾ ਕਿ ਫਾਈਲ ਐਸਆਰਬੀ ਨੇ ਕਲੀਅਰ ਕਰਨੀ। ਅੱਛਾ, ਅਰਵਿੰਦ ਕੇਜਰੀਵਾਲ ਇਹ ਵੀ ਕਹਿ ਰਿਹਾ ਕਿ ਐਸਆਰਬੀ ਦੇ ਵਿੱਚ ਜੱਜ ਵੀ ਮੈਂਬਰ ਹੁੰਦੇ ਆ। ਸੋ ਕਹਿਣਾ ਇਹ ਚਾਹੁੰਦਾ ਕਿ ਸਾਰਾ ਮਸਲਾ ਅਦਾਲਤੀ ਹੈ। ਸੋ ਆਓ ਹੁਣ ਆਪਾਂ ਦੇਖਦੇ ਹਾਂ ਕਿ ਐਸਆਰਬੀ ਦੇ ਵਿੱਚ ਕੌਣ-ਕੌਣ ਮੈਂਬਰ ਹੁੰਦਾ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਹੋਰਾਂ ਤੋਂ ਪ੍ਰਾਪਤ ਹੋਈ ਐਸਆਰਬੀ ਦੇ ਮੈਂਬਰਾਂ ਦੀ ਲਿਸਟ ਦੇ ਵਿੱਚ ਮੈਂਬਰਾਂ ਦੀ ਸੂਚੀ ਦਿੱਤੀ ਗਈ ਹੈ। ਉਹ ਸੂਚੀ ਦੇ ਵਿੱਚ ਕੌਣ-ਕੌਣ ਮੈਂਬਰ ਨੇ, ਅਸੀਂ ਤੁਹਾਡੇ ਲਈ ਪੜ੍ਹ ਕੇ ਸੁਣਾਉਣੇ ਆ। ਇਸ ਦੇ ਵਿੱਚ ਸਤਿੰਦਰ ਜੈਨ, ਜਿਹੜੇ ਕਿ ਦਿੱਲੀ ਦੇ ਹੋਮ ਮਿਨਿਸਟਰ ਨੇ, ਉਹ ਇਹਦੇ ਚੇਅਰਮੈਨ ਨੇ। ਅੱਗੇ ਇਸ ਦੇ ਵਿੱਚ ਬੀਐਸ ਭੱਲਾ ਨੇ, ਪ੍ਰਿੰਸੀਪਲ ਸੈਕਟਰੀ ਹੋਮ, ਜਿਹੜੇ ਦਿੱਲੀ ਗਵਰਨਮੈਂਟ ਦਾ ਹੀ ਅੰਗ ਨੇ, ਉਹ ਵੀ ਇਹਦੇ ਮੈਂਬਰ ਨੇ। ਇਸ ਤੋਂ ਅੱਗੇ ਆਉਂਦੇ ਨੇ ਸੰਦੀਪ ਗੋਇਲ, ਜਿਹੜੇ ਡਾਇਰੈਕਟਰ ਜਨਰਲ ਆਫ ਪ੍ਰਿਜ਼ਨ ਨੇ, ਭਾਵ ਕਿ ਜੇਲ੍ਹਾਂ ਦੇ ਮੁੱਖ ਇੰਚਾਰਜ ਨੇ, ਅਤੇ ਇਹ ਵੀ ਦਿੱਲੀ ਗਵਰਨਮੈਂਟ ਦਾ ਹੀ ਹਿੱਸਾ ਨੇ। ਇਹ ਇਹਦੇ ਮੈਂਬਰ ਸੈਕਟਰੀ ਨੇ, ਇਹ ਸੈਕਟਰੀ ਵੀ ਨੇ, ਇਹਦੇ ਮੈਂਬਰ ਵੀ ਨੇ। ਅੱਗੇ ਆਉਂਦੇ ਨੇ ਸ਼੍ਰੀ ਸੰਜੇ ਕੁਮਾਰ ਅਗਰਵਾਲ, ਉਹ ਪ੍ਰਿੰਸੀਪਲ ਸੈਕਟਰੀ ਨੇ ਲਾਅ ਤੇ ਜਸਟਿਸ ਡਿਪਾਰਟਮੈਂਟ ਦੇ, ਜਿਹੜਾ ਕਿ ਦਿੱਲੀ ਗਵਰਨਮੈਂਟ ਦਾ ਹੀ ਹਿੱਸਾ ਹੈ। ਉਹ ਕੇਂਦਰ ਕੋਲ ਨਹੀਂ ਹੈ, ਐਲਜੀ ਰਾਹੀਂ। ਉਹ ਵੀ ਇਹਦੇ ਮੈਂਬਰ ਨੇ। ਅੱਗੇ ਆਉਂਦੇ ਨੇ ਸਤੀਸ਼ ਕੁਮਾਰ, ਜਿਹੜੇ ਐਡੀਸ਼ਨਲ ਸੈਸ਼ਨ ਜੱਜ ਨੇ। ਸਿਰਫ ਇੱਕ ਜੱਜ ਆ ਇਸ ਦੇ ਵਿੱਚ, ਸਤੀਸ਼ ਕੁਮਾਰ, ਜਿਹੜੇ ਐਡੀਸ਼ਨਲ ਸੈਸ਼ਨ ਜੱਜ ਨੇ, ਉਹ ਇਹਦੇ ਮੈਂਬਰ ਨੇ, ਉਹ ਇਹਦੇ ਚੇਅਰਮੈਨ ਜਾਂ ਸੈਕਟਰੀ ਨਹੀਂ ਨੇ। ਅੱਗੇ ਆਉਂਦੇ ਨੇ 6ਵੇਂ ਨੰਬਰ ਦੇ ਉੱਤੇ ਰਸ਼ਮੀ ਸਿੰਘ, ਜਿਹੜੇ ਡਾਇਰੈਕਟਰ ਨੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ, ਤੇ ਦਿੱਲੀ ਗਵਰਨਮੈਂਟ ਦਾ ਉਹ ਹਿੱਸਾ ਨੇ, ਉਹ ਵੀ ਇਹਦੇ ਮੈਂਬਰ ਨੇ। ਅਖੀਰ ਦੇ ਉੱਤੇ ਆਉਂਦੇ ਆ 7ਵੇਂ ਨੰਬਰ ਦੇ ਉੱਤੇ ਸ੍ਰੀ ਰਾਜੇਸ਼ ਦਿਓ, ਉਹ ਡਿਪਟੀ ਕਮਿਸ਼ਨਰ ਆਫ ਪੁਲਿਸ ਦੇ, ਜਿਹੜੇ ਲੀਗਲ ਵਿੰਗ ਆ ਦਿੱਲੀ ਗਵਰਨਮੈਂਟ, ਦਿੱਲੀ ਪੁਲਿਸ ਦਾ, ਉਹਦੇ ਵੱਲੋਂ ਨੋਮੀਨੇਟਡ ਨੇ, ਕਮਿਸ਼ਨਰ ਆਫ ਪੁਲਿਸ, ਕਮਿਸ਼ਨਰ ਆਫ ਪੁਲਿਸ ਨੇ, ਤੇ ਦਿੱਲੀ ਪੁਲਿਸ ਦੇ ਵੱਲੋਂ ਉਹ ਨੋਮੀਨੇਟਡ ਨੇ, ਉਹ ਵੀ ਇਹਦੇ ਮੈਂਬਰ ਨੇ। ਭਾਵ ਕਿ ਇਹਨਾਂ 7 ਮੈਂਬਰਾਂ ਦੀ ਕਮੇਟੀ ਦੇ ਵਿੱਚੋਂ, ਸੈਂਟੈਂਸ ਰਿਵਿਊ ਬੋਰਡ ਦੀ ਦੇ ਵਿੱਚੋਂ 5 ਮੈਂਬਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਨੇ। ਸੋ ਹੁਣ ਇੱਥੇ ਕੌਣ ਚਲਾਉਂਦਾ ਗਾ ਸੈਂਟੈਂਸ ਰਿਵਿਊ ਬੋਰਡ ਨੂੰ, ਇਹ ਆਪਾਂ ਭਲੀ ਭਾਤ ਜਾਣ ਸਕਦੇ। ਪਰ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਇੱਕ ਬੋਰਡ ਬਣਿਆ ਹੋਇਆ ਤੇ ਉਹਦੇ ਵਿੱਚ ਜੱਜ ਹੁੰਦੇ ਨੇ ਤੇ ਉਹ ਫੈਸਲਾ ਲੈਂਦੇ ਨੇ। ਕੇਜਰੀਵਾਲ ਇਹ ਖੁੱਲ੍ਹ ਕੇ ਨਹੀਂ ਕਹਿ ਰਿਹਾ ਕਿ ਇਹ ਸਾਡੀ ਸਰਕਾਰ ਦਾ ਬੋਰਡ ਹੈ ਤੇ ਅਸੀਂ ਹੀ ਇਹਦਾ ਫੈਸਲਾ ਲੈਣਾ। ਭਾਵ ਕਿ ਫੈਸਲਾ ਉਸ ਰਿਵਿਊ ਬੋਰਡ ਦੇ ਰਾਹੀਂ ਲੈਣਾ ਸਰਕਾਰ ਨੇ, ਪਰ ਲੈਣਾ ਸਰਕਾਰ ਨਹੀਂ ਆ। ਇਹ ਸਭ ਨੂੰ ਪਤਾ ਕਿ ਰਿਹਾਈ ਦਾ ਮਸਲਾ ਪੋਲੀਟੀਕਲ ਹੁੰਦਾ। ਹੁਣ ਅਸੀਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਗੰਦੀ ਰਾਜਨੀਤੀ ਕੌਣ ਕਰ ਰਿਹਾ ਹੈ, ਤੁਸੀਂ ਜਾਂ ਰਿਹਾਈ ਮੰਗਣ ਵਾਲੇ ਲੋਕ? ਕੇਜਰੀਵਾਲ ਜੀ, ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਆਪਣੇ ਸਮਰਥਕਾਂ ਨੂੰ ਸਮਝਾਓ ਕਿ ਉਹ ਇਸ ਮਸਲੇ ਦੇ ਉੱਤੇ ਗੰਦੀ ਰਾਜਨੀਤੀ ਨਾ ਕਰਨ। ਖਾਸ ਕਰ ਤੁਹਾਡੇ ਸੀਐਮ ਚਿਹਰੇ ਦੇ ਆਗੂ ਗਲਤ ਬਿਆਨੀ ਨਾ ਕਰਨ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਹਿ ਰਹੇ ਸੀ ਕਿ ਫਾਈਲ ਐਲਜੀ ਕੋਲ ਪਈ ਹੋਈ ਹੈ, ਉਹਨੇ ਕਲੀਅਰ ਕਰਨੀ ਹੈ। ਤੁਹਾਡੇ ਆਗੂ ਦੀ ਕੀਤੀ ਗਲਤ ਬਿਆਨੀ ਹੁਣ ਝੂਠ ਬਣ ਕੇ ਪ੍ਰਚਾਰੀ ਜਾ ਰਹੀ ਹੈ, ਤੇ ਤੁਹਾਡੇ ਬਹੁਤੇ ਸਮਰਥਕਾਂ ਨੂੰ ਭਾਵੇਂ ਇਹ ਵੀ ਨਾ ਪਤਾ ਹੋਵੇ ਕਿ ਐਲਜੀ ਹੈ ਕੀ ਬਲਾ। ਪਰ ਸਿੱਧੂ ਮੂਸੇਵਾਲੇ ਦੇ ਗੀਤ ਵਾਂਗੂ ਉਹ ਇਹਨੂੰ ਰਿਪੀਟ ਦੇ ਉੱਤੇ ਲਾਈ ਫਿਰਦੇ ਆ ਕਿ ਫਾਈਲ ਐਲਜੀ ਕੋਲ ਪਈ ਆ, ਫਾਈਲ ਐਲਜੀ ਕੋਲ ਪਈ ਆ, ਫਾਈਲ ਐਲਜੀ ਕੋਲ ਪਈ। ਇੱਥੇ ਇੱਕ ਗੱਲ ਅਸੀਂ ਹੋਰ ਕਲੀਅਰ ਕਰ ਦਈਏ ਕਿ ਐਲਜੀ ਕੋਲ ਉਹੀਓ ਫਾਈਲਾਂ ਜਾਂਦੀਆਂ ਨੇ ਜੋ ਸੈਂਟੈਂਸ ਰਿਵਿਊ ਬੋਰਡ ਦੇ ਵੱਲੋਂ ਪਾਸ ਹੁੰਦੀਆਂ ਨੇ। ਜਿਸ ਫਾਈਲ ਨੂੰ ਰਿਵਿਊ ਬੋਰਡ ਆ ਜਿਹੜਾ ਉਹ ਖਾਰਜ ਕਰਨ ਦਾ, ਉਹ ਫਾਈਲ ਐਲਜੀ ਦੇ ਕੋਲ ਜਾਂਦੀ ਨਹੀਂ। ਇੱਕ ਹੋਰ ਬਹੁਤ ਛੋਟਾ ਜਿਹਾ ਪਰ ਬਹੁਤ ਅਹਿਮ ਨੁਕਤਾ ਹੈ ਕਿ ਕੇਜਰੀਵਾਲ ਸਰਕਾਰ ਨੇ ਆਪਣੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਜਦੋਂ ਫਾਈਲ ਰੱਦ ਕੀਤੀ ਸੀ, ਤੇ ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਵਿਚਾਰੀ ਜਾਂ ਕਬੂਲੀ ਨਹੀਂ ਕਿ ਮੋਦੀ ਸਰਕਾਰ ਦੇ ਵੱਲੋਂ 2019 ਦੇ ਵਿੱਚ 550
ਗੁਰਪੁਰਬ ਤੇ ਪ੍ਰੋਫੈਸਰ ਭੁੱਲਰ ਨੂੰ ਛੱਡਣ ਦੀ ਪੂਰਨ ਸਹਿਮਤੀ ਦੇਤੀ ਸੀ। ਭਾਵ ਕਿ ਉਹਨਾਂ ਨੇ ਸਭ ਕੁਝ ਕਲੀਅਰ ਕਰਤਾ ਕਿ ਤੁਹਾਨੂੰ ਜਿਹੜੀ ਵੀ ਚਾਹੀਦੀ ਹੈ ਚੀਜ਼, ਉਹਦਾ ਸਾਡੇ ਵੱਲੋਂ ਅਪਰੂਵਲ ਹੀ ਆ। ਉਹਦਾ ਕਿਤੇ ਵੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਜ਼ਿਕਰ ਨਹੀਂ ਕੀਤਾ, ਉਹ ਫਾਈਲ ਰਿਜੈਕਟ ਹੀ ਕਰਦੇ ਰਹੇ। ਪਰ ਕੇਜਰੀਵਾਲ ਦੇ ਜਿਹੜੇ ਸਮਰਥਕ ਨੇ ਉਹ ਇਸ ਗੱਲ ਦਾ ਰੋਣਾ ਲਾਈ ਜਾਂਦੇ ਨੇ ਕਿ ਪੁਲਿਸ ਨੇ ਸਹੀ ਰਿਪੋਰਟ ਨਹੀਂ ਭੇਜੀ, ਪੁਲਿਸ ਨੇ ਸਹੀ ਰਿਪੋਰਟ ਨਹੀਂ ਭੇਜੀ। ਜੇਕਰ ਅਸੀਂ ਭਾਈ ਲਾਲ ਸਿੰਘ ਅਕਾਲਗੜ੍ਹ ਦਾ ਮਾਮਲਾ ਦੇਖੀਏ ਤਾਂ ਪੁਲਿਸ ਉਹਨਾਂ ਬਾਰੇ ਵੀ ਇਹੀਓ ਕਹਿ ਰਹੇ ਸੀ। ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਰਦਾਰ ਪਰਮਜੀਤ ਸਿੰਘ ਨੇ ਉਸ ਵਕਤ ਇਸ ਦੇ ਉੱਤੇ ਸਪਸ਼ਟ ਕਿਹਾ ਕਿ ਭਾਈ ਲਾਲ ਸਿੰਘ ਦਾ ਜਿਹੜਾ ਮਸਲਾ ਹੈਗਾ ਰਿਹਾਈ ਦਾ, ਪ੍ਰੀ ਮੈਚੋਰ ਰਿਲੀਜ਼ ਦਾ, ਉਹ ਪੂਰਾ ਫਿੱਟ ਕੇਸ ਹੈ। ਸੋ ਇਹ ਜਿਹੀ ਗੰਦੀ ਰਾਜਨੀਤੀ ਆਪ ਦੇ ਜਿਹੜੇ ਸਮਰਥਕ ਆ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਉਮੀਦ ਆ ਕਿ ਆਪ ਸੁਪਰੀਮੋ ਕੇਜਰੀਵਾਲ ਇਸ ਸੰਵੇਦਨਸ਼ੀਲ ਮਸਲੇ ਦੇ ਉੱਤੇ SRB ਦੀ ਮੀਟਿੰਗ ਛੇਤੀ ਬੁਲਾਉਣਗੇ ਅਤੇ ਪ੍ਰੋਫੈਸਰ ਭੁੱਲਰ ਦੀ ਪੱਕੀ ਰਿਹਾਈ ਦੇ ਪ੍ਰਵਾਨੇ ਦੇ ਉੱਤੇ ਦਸਤਖਤ ਕਰਨਗੇ, ਮੋਹਰ ਲਾਉਣਗੇ। ਅਰਵਿੰਦ ਕੇਜਰੀਵਾਲ ਹੋਣਾ ਕੋਲ ਬੜਾ ਸਮਾਂ ਗਾ ਕਿ ਉਹ ਕਿਸੇ ਨੂੰ ਹੈਪੀ ਬਰਥਡੇ ਦਾ ਟਵੀਟ ਤਾਂ ਕਰ ਸਕਦੇ ਆ, ਪਰ ਉਹ ਇੰਨੇ ਦਿਨਾਂ ਤੋਂ ਸਰਦਾਰ ਜਸਪਾਲ ਸਿੰਘ ਮੰਝਪੁਰ ਵੱਲੋਂ ਕੀਤੇ ਗਏ ਟਵੀਟ ਨਹੀਂ ਦੇਖ ਰਹੇ, ਜਿਹੜੇ ਕਿ ਬਹੁਤ ਹੀ ਸੰਵੇਦਨਸ਼ੀਲ ਮਸਲੇ ਦੇ ਨਾਲ ਸੰਬੰਧਿਤ ਨੇ ਅਰਵਿੰਦ ਕੇਜਰੀਵਾਲ ਦੇ ਬੋਲਾਂ ਦੇ ਅਨੁਸਾਰ। ਦਰਸ਼ਕੋ, ਇਹ ਸੀ ਅੱਜ ਦੀ ਸਭਾ। ਇੱਥੇ ਦਿਓ ਆ ਗਿਆ। ਅਖੀਰ ਦੇ ਉੱਤੇ ਤੁਹਾਨੂੰ ਨਿੱਕੀ ਜਿਹੀ ਬੇਨਤੀ ਕਰਦੇ ਹਾਂ, ਕੌਮੀ ਆਵਾਜ਼ ਨੂੰ ਤੁਸੀਂ ਫੇਸਬੁੱਕ ਦੇ ਉੱਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਇੰਡੀਪੈਂਡੈਂਟ ਮੀਡੀਆ ਨੂੰ ਸਪੋਰਟ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਰ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੀ ਸਲਾਹ ਮੰਨੋ, ਪਾਬਲਾ ਪੇਂਟਿੰਗਸ ਤੋਂ ਕਰਵਾਓ। ਬੜਾ ਹੀ ਕਮਾਲ ਦਾ ਕੰਮ ਕਰਦੇ ਨੇ। ਇੰਟੀਰੀਅਰ, ਐਕਸਟੀਰੀਅਰ, ਫੀਚਰ ਵਾਲਸ, ਵਾਲਪੇਪਰਸ, ਫਲੋਰ ਪੇਂਟ ਅਤੇ ਰੂਫ ਪੇਂਟ, ਸਾਰਾ ਹੀ ਕੰਮ ਬੜੇ ਹੀ ਜਾਇਜ਼ ਪ੍ਰਾਈਸ ਦੇ ਉੱਤੇ ਕਰਨਗੇ। ਫ੍ਰੀ ਕੋਟ ਲਈ ਅੱਜ ਹੀ ਕਾਲ ਕਰੋ ਸੁਖਵਿੰਦਰ ਸਿੰਘ ਨੂੰ 0413 361 178 0413 36। ਸਿੰਘ ਸਵੀਟਸ ਪੰਜਾਬੀ ਰੈਸਟੋਰੈਂਟ, ਦੇਸੀ ਘਿਓ ਦੀ ਬਣੀ ਸ਼ੁੱਧ ਮਠਿਆਈ ਅਤੇ ਹਰ ਤਰ੍ਹਾਂ ਦੇ ਪੰਜਾਬੀ ਪਕਵਾਨਾਂ ਲਈ ਯਾਦ ਰੱਖੋ ਸਿੰਘ ਸਵੀਟਸ। ਇੱਕ ਵੇ ਜਾਂ ਡਾਈਨ ਇਨ ਕਰਨਾ ਹੋਵੇ, ਹਮੇਸ਼ਾ ਖੁੱਲੀ ਪਾਰਕਿੰਗ ਮਿਲੇਗੀ। ਬਲਕ ਆਰਡਰ ਜਾਂ ਫੈਮਿਲੀ ਡਿਨਰ ਕਰਨਾ ਹੋਵੇ, ਫੋਨ ਕਰੋ 0417 578 287। ਨੰਬਰ 5 ਕਨੈਕਟ ਰੋਡ, ਟਰੁਗਨੀਨਾ, ਪਾਲਮਰਸ ਰੋਡ ਅਤੇ ਡਹਰਟੀਜ਼ ਰੋਡ ਦੇ ਕਾਰਨਰ ਦੇ ਉੱਤੇ ਸਿੰਘ ਸਵੀਟਸ ਪੰਜਾਬੀ ਰੈਸਟੋਰੈਂਟ। Visa Aid Immigration and Education in association with Jaw Lawyers, immigration, education ਅਤੇ ਕੋਰਟ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਕੇਸ ਬੜੀ ਤਸੱਲੀ ਨਾਲ ਡੀਲ ਕਰਦੇ ਨੇ। ਮੈਲਬੌਰਨ ਸਿਟੀ ਆਫਿਸ 1414/530 ਲਿਟਲ ਕਾਲਿਨਜ਼ ਸਟਰੀਟ, ਮੈਲਬੌਰਨ। ਸਪ੍ਰਿੰਗਵੇਲ ਆਫਿਸ ਲੈਵਲ 1 292 ਸਪ੍ਰਿੰਗਵੇਲ ਰੋਡ, ਸਪ੍ਰਿੰਗਵੇਲ। ਆਨਲਾਈਨ ਅਪਾਇੰਟਮੈਂਟ ਲਈ ਕਾਲ ਕਰੋ 03 90 70 34 85। Visa Aid Immigration and Education।